हिसाब भी न लाया। तेरा धन्यवाद धन्यवाद तेरा धन्यवाद। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਜੈ ਅਤੇ ਪੁਨਰਥਾਨ ਦੇ ਦਿਨ ਵਿੱਚ ਆਪ ਦੇ ਸਨਮੁਖ ਪ੍ਰਭੂ ਦੀ ਮਹਿਮਾ ਦੇ ਨਿਮਿਤ ਧੰਨਵਾਦ ਦੇ ਵਚਨ ਦੇ ਲਈ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ ਪ੍ਰਭੂ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਹੈ। ਅੱਜ ਦਾ ਦਿਨ ਤੇਰੀ ਮਹਿਮਾ ਅਤੇ ਵਡਿਆਈ ਅਤੇ ਤੇਰੀ ਉਸਤਤ ਦਾ ਹੈ। ਸੱਚਮੁੱਚ ਤੂੰ ਸਾਨੂੰ ਆਪਣੀ ਆਰਾਧਨਾ ਅਤੇ ਉਪਾਸਨਾ ਲਈ ਇਸਤੇਮਾਲ ਕਰਦਾ ਹੈ। ਤੂੰ ਸਾਨੂੰ ਛੱਡਦਾ ਨਹੀਂ, ਕਦੇ ਤਿਆਗਦਾ ਨਹੀਂ, ਹਮੇਸ਼ਾ ਸਾਡੇ ਨਾਲ ਵਫਾਦਾਰ ਰਹਿੰਦਾ ਅਤੇ ਆਪਣੀ ਭਲਾਈ ਸਾਡੇ ਉੱਤੇ ਪ੍ਰਗਟ ਕਰਦਾ ਹੈ। ਪਰਮੇਸ਼ਰ ਪਿਤਾ, ਅਸੀਂ ਤੇਰੀ ਇਸ ਭਲਾਈ ਦੇ ਲਈ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਉਹ ਤੇਰੇ ਨਾਮ ਨੂੰ ਆਦਰ ਮਾਣ ਅਤੇ ਸਤਿਕਾਰ ਦਿੰਦੇ ਹਾਂ। ਪਰਮੇਸ਼ਰ, ਤੇਰੀ ਮਰਜ਼ੀ ਕੀ ਹੈ, ਇੱਛਾ ਕੀ ਹੈ, ਉਹ ਪਰਮੇਸ਼ਰ ਪਿਤਾ ਇਸ ਦਿਨ ਦੇ ਨਿਮਿਤ, ਆਪ ਦੇ ਧੰਨਵਾਦ ਦੇ ਨਿਮਿਤ ਅਸੀਂ ਜਦੋਂ ਤੇਰੇ ਵਚਨ ਦੇ ਨਾਲ ਤੇਰੇ ਅੱਗੇ ਅਰਪਿਤ ਕਰਦੇ ਹਾਂ ਤਾਂ ਉਸ ਨੂੰ ਪ੍ਰਵਾਨ ਕਰ। ਸੁਣਨ ਵਾਲੇ ਨੂੰ ਅਤੇ ਬੋਲਣ ਵਾਲੇ ਨੂੰ ਆਪ ਦੀ ਆਰਾਧਨਾ ਉਪਾਸਨਾ ਦੇ ਲਈ, ਧੰਨਵਾਦ ਅਤੇ ਮਹਿਮਾ ਦੇ ਲਈ ਇਸਤੇਮਾਲ ਕਰੇ। ਸਾਰਾ ਆਦਰ ਮਾਣ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ। ਪਿਆਰੇ ਅਜ਼ੀਜ਼, ਅੱਜ ਦਾ ਜੋ ਮੈਂ ਧੰਨਵਾਦ ਦਾ ਵਚਨ ਲਿਆ ਹੈ ਉਹ ਲਿਆ ਹੈ ਜ਼ਬੂਰਾਂ ਦੀ ਪੋਥੀ, ਉਸ ਦਾ 40 ਅਧਿਆਇ, ਉਸ ਦੀ 6 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਬਲੀਦਾਨ ਅਰ ਭੇਟ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ, ਤੈਂ ਮੇਰੇ ਕੰਨ ਖੋਲੇ ਹਨ, ਹੋਮ ਬਲੀ ਅਰ ਪਾਪ ਬਲੀ ਤੈਂ ਨਹੀਂ ਮੰਗਿਆ। ਪਿਆਰੇ ਅਸੀਸ, ਇਹ ਵਚਨ ਜਦੋਂ ਮੈਂ ਪੜ੍ਹ ਰਿਹਾ ਸਾਂ, ਇਸ ਵਚਨ ਦੇ ਵਿੱਚ ਮੌਜੂਦਾ ਪਰਮੇਸ਼ਵਰ ਦੇ ਉਪਕਾਰਾਂ ਦੀ ਇੱਕ ਬਹੁਤ ਵੱਡੀ ਦਇਆ ਅਤੇ ਬਹੁਤ ਵੱਡੀ ਕਿਰਪਾ ਅਤੇ ਬਹੁਤ ਵੱਡਾ ਪਰਮੇਸ਼ਵਰ ਦਾ ਉਪਕਾਰ ਇਸ ਜਗ੍ਹਾ ਦੇ ਉੱਤੇ ਸਾਡੇ ਪਾਪੀ ਜੀਵਨ ਦੇ ਵਿੱਚ ਨਜ਼ਰ ਆਉਂਦਾ ਹੈ, ਜੋ ਪਾਪੀਆਂ ਦੇ ਲਈ ਉਸਨੇ ਕੀਤਾ। ਅੱਜ ਦਾ ਮੇਰਾ ਵਿਸ਼ਾ ਇਹ ਹੈ, ਮੁਫਤ ਦੇ ਵਿੱਚ ਪਰਮੇਸ਼ਵਰ ਦੀ ਮੁਕਤੀ ਦਾ ਧੰਨਵਾਦ। ਮੁਫਤ ਦੇ ਵਿੱਚ ਪਰਮੇਸ਼ਵਰ ਦੀ ਮੁਕਤੀ ਦਾ ਧੰਨਵਾਦ। ਸੱਚਮੁੱਚ ਇਹ ਵਚਨ ਜਦੋਂ ਮੈਂ ਪੜ੍ਹ ਰਿਹਾ ਸਾਂ ਤਾਂ ਇਹਦੇ ਵਿੱਚ ਅਸੀਂ ਵੇਖਦੇ ਹਾਂ ਕਿ ਪਰਮੇਸ਼ਵਰ ਦੀ ਇੱਛਾ ਵਿੱਚ ਪ੍ਰਸੰਨਤਾ। ਪਰਮੇਸ਼ਵਰ ਦੀ ਇੱਛਾ ਮੈਂ ਪਿਛਲੇ ਦਿਨਾਂ ਦੇ ਵਿੱਚ ਆਪ ਨੂੰ ਦੱਸ ਚੁੱਕਾ ਹਾਂ। ਪਰਮੇਸ਼ਵਰ ਦੀ ਇੱਛਾ ਇਹੋ ਹੈ ਕਿ ਹਰ ਇੱਕ ਮਨੁੱਖ ਬਚਾਇਆ ਜਾਵੇ ਅਤੇ ਉਹ ਆਪਣੇ ਜਵਾਨ ਦੇ ਨਾਲ ਇਹ ਮੰਨ ਲਵੇ ਜੋ ਪਰਮੇਸ਼ਰ ਨੇ ਉਪਕਾਰ ਕੀਤਾ ਹੈ, ਯਿਸੂ ਹੀ ਪ੍ਰਭੂ ਹੈ। ਔਰ ਇਹਦੇ ਵਿੱਚ ਜਦੋਂ ਮੈਂ ਪੜ੍ਹ ਰਿਹਾ ਸਾਂ, ਬਲੀਦਾਨ ਅਰ ਭੇਟ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ। ਅਗਰ ਮੈਂ ਇਸ ਵਚਨ ਦੇ ਨਾਲ ਧਿਆਨ ਨਾਲ ਇਸ ਦੇ ਉੱਤੇ ਧਿਆਨ ਕਰਾਂ ਤਾਂ ਇਬਰਾਨੀ ਸੈਪਟੂਜੈਂਟਾ ਵਿੱਚ ਤੂੰ ਮੇਰੇ ਲਈ ਦੇਹ ਤਿਆਰ ਕੀਤੀ। ਇਬਰਾਨੀ ਦੇ ਸੈਪਟੂਜੈਂਟਾ ਜੋ ਸ਼ਬਦ ਹੈ ਉਹਦੇ ਵਿੱਚ ਇਹ ਆਉਂਦਾ ਹੈ ਕਿ ਤੂੰ ਮੇਰੇ ਲਈ ਸਵੈਂ ਦੇਹ ਤਿਆਰ ਕੀਤੀ। ਇਹ ਕਿਉਂ? ਬਲੀਦਾਨ ਔਰ ਭੇਂਟ ਤੋਂ ਤੂੰ ਪ੍ਰਸੰਨ ਨਹੀਂ। ਕਿੰਨਾ ਅਦਭੁਤ ਪਰਮੇਸ਼ਰ ਦਾ ਇਹ ਵਚਨ ਦਾਊਦ ਦੇ ਰਾਹੀਂ ਮੇਰੇ ਅਤੇ ਆਪ ਦੇ ਲਈ ਪਹਿਲਾਂ ਤੋਂ ਹੀ ਲਿਖ ਦਿੱਤਾ ਗਿਆ ਸੀ। ਜ਼ਬੂਰ ਲੇਖਕ ਸਮਝ ਗਿਆ ਸੀ, ਦਾਊਦ ਇਸ ਗੱਲ ਨੂੰ ਜਾਣ ਗਿਆ ਸੀ ਕਿ ਬਲੀਦਾਨ ਅਤੇ ਵਿਖਾਵੇ ਦੀਆਂ ਵਿਧੀਆਂ ਜਿਨ੍ਹਾਂ ਨੂੰ ਪਰਮੇਸ਼ਰ ਪੁਰਾਣੇ ਨੇਮ ਦੇ ਵਿੱਚ ਚਾਹੁੰਦਾ ਸੀ, ਉਹ ਪਾਪ ਦੇ ਸਦੀਪਕ ਮੁੱਲ ਨੂੰ ਭਰਨ ਦੇ ਲਈ ਕਾਫੀ ਨਹੀਂ ਸਨ। ਕਿਉਂਕਿ ਮਨੁੱਖ ਬਲੀਦਾਨ ਅਤੇ ਭੇਂਟਾਂ ਦਿੰਦੇ ਦਿੰਦੇ ਅੱਕ ਗਏ ਸਨ। ਉਹ ਕਦੇ ਵੀ ਸੱਚੇ ਮਨ, ਪਵਿੱਤਰ ਸਮਰਪਣ ਅਤੇ ਪਰਮੇਸ਼ਰ ਦੀ ਆਗਿਆਕਾਰੀਤਾ ਦੇ ਸਥਾਨ ਨਹੀਂ ਲੈ ਸਕਦੇ। ਔਰ ਇਹ ਚੀਜ਼ ਇੱਥੇ
वचन दे विच दाऊद दा जदों जबूर पूरा पढ़िए, मैं तो इस खंड नूं लिया है, जे पूरा जबूर पढ़िए तो इस विच सानू परमेश्वर दी एक बहुत वड्डी सच्चाई नज़र आउंदी है। परमेश्वर ने पुराने नेम की स्थापना इसलिए कीती सी कि लोग अपने पापां दा इकरार कर सकण अते परमेश्वर दे लई अपनी आग्याकारिता अते समर्पण नूं विखा सकण। परमेश्वर ने इसलिए इसका स्थापन कीता सी। बदले विच ਉਹ ਉਸ ਦੀਆਂ ਬਰਕਤਾਂ ਅਤੇ ਵਾਅਦਿਆਂ ਨੂੰ ਪਾਉਣਗੇ। ਔਰ ਅਸੀਂ ਜੇ ਵਿਵਸਥਾ ਸਾਰ ਦੀ ਪੁਸਤਕ ਉਸਦਾ 28 ਅਧਿਆਏ ਪੂਰਾ ਦੇਖੀਏ ਤਾਂ ਉਹਦੇ ਵਿੱਚ ਆਗਿਆਕਾਰੀਤਾ ਅਤੇ ਸ਼ਰਾਪ ਦੋਨੇ ਚੀਜ਼ਾਂ ਹੈ। ਆਗਿਆਕਾਰੀਤਾ ਅਤੇ ਬਰਕਤਾਂ ਦੋਨੇ ਚੀਜ਼ਾਂ ਹੈ। ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਇਹ ਸਾਡੇ ਜੀਵਨ ਦੇ ਵਿੱਚ ਆਪਣੀ ਸ਼ਰ੍ਹਾ ਦੇ ਨਾਲ ਠਹਿਰਾ ਦਿੱਤੀਆਂ ਸੀ, ਪਰ ਉਹ ਇਹ ਚਾਹੁੰਦਾ ਸੀ कि व्यवस्था का मकसद साड़ी इस योग्यता अयोग्यता प्रगट करना सी कि असी अपने या खुद दियां कोशिशों द्वारा परमेश्वर के मापदंडा अनुसार अपने जीवन नूं नहीं गुजार सकते। बाणी दसदी है असी अपनी कोशिश के नाल नहीं बच सकते। साडे चंगे काम, साडे चंगे कर्म सानू नहीं सी बचा सकते। बाइबल दे विच साफ तौर ते लिखिया है, जदों यशाया दी पुस्तक उसका 64 अध्याय पढ़ते हैं तो उहदे विच लिखिया है, तुहाडे सारे चंगे काम, सारे परमेश्वर दे अगे भले कीते काम मैले चिथड़े कपड़ियां दे समान। अज बहुत सारे लोग कहते हैं जे दान कर लईए, जे सेवा कर लईए, जे वो काम कर लईए, या किसी अन्ने नूं पार लंघा दईए, या किसी भुखे नूं रोटी खिला दईए तो शायद असी बच जावांगे। कदे भी नहीं। तुहाडे चंगे काम, मेरे चंगे काम कदे भी मैनू परमेश्वर दे नाल नहीं मिला सकते। कारण बाइबल दे विच एक शब्द मैं बार बार आप दे अगे लियाना चाहुंदा हाँ। जदों मैं जबूर 51 पढ़दा हाँ तो उस दे 5 आयत दे विच जबूरकार दाऊद इस तरह, वेख मैं बदी विच जम्मिया ते पाप विच मेरी माता ने मैनू कुख विच लिया। ते फिर मेरे प्यारे अजीज, मैं किवें कह सकदा हाँ कि मेरे चंगे काम, मेरे चंगी भलाई दे कीते हुए कारज मैनू परमेश्वर नाल मिला देणगे अते मैं परमेश्वर नाल मिल जावांगा? कदे भी नहीं। बाइबल दसदी है परमेश्वर परम परम पवित्र है और मनुख, बाइबल दसदी है, पाप दे विच डिग गया अते उस तो आउण वाली जनरेशन पाप दे विच ही पैदा हुंदी गई। ते फिर किवें असीं कह सकदे हां साडे चंगे काम सानू बचा सकदे? जे चंगे काम ही सानू बचा सकदे सी तां अज सारी दुनिया दे विच चंगे कामां दी भरमार होनी सी ते वो बच जाने सी अते एक लेख लिखिया जाना सी, चंगे काम करो तो तुसी पापां तो बच जाओगे। मेरे प्यारे असीस, ये कदे नहीं हो सकता। इस करके इत्थे लिखिया है, बलिदान अरे भेंट तो तू प्रसन्न नहीं हुंदा। ये शरह व्यवस्था का मकसद साडी इस योग्यता नूं प्रगट करना सी कि असी अपनियां खुद दियां कोशिशां द्वारा परमेश्वर दे मापदंडा दे अनुसार अपना जीवन नहीं गुजार सकते, कदे भी नहीं गुजार सकते। अते ये इशारा करना सी कि सानू परमेश्वर दे वल्लों मुक्ति दी जरूरत है। परमेश्वर ही साडे लई मुक्ति का इंतजाम कर सकता सी, परमेश्वर ही सानू पाप तो बचा सकता सी, परमेश्वर ही साडे लई पाप दियां बेड़ियां नूं साडे जीवन दे विच खोल के दूर कर सकता सी। कोई होर इस दुनिया दे विच इस पाप तो सानू बचा नहीं सी सकता। इसे करके पतरस रसूलां दे करतब उसदा
4:12 ਵਿੱਚ ਕਹਿੰਦਾ ਹੈ, ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਨਾਮ ਦਿੱਤਾ ਗਿਆ ਹੈ ਜਿਸ ਤੋਂ ਬਚਾਏ ਜਾਣਾ, ਅਰਥਾਤ ਪ੍ਰਭੂ ਯਿਸੂ ਮਸੀਹ। ਔਰ ਜਿਸ ਦੇ ਬਾਰੇ ਪਹਿਲਾਂ ਤੋਂ ਹੀ ਪਰਮੇਸ਼ਰ ਨੇ ਭਵਿੱਖਬਾਣੀ ਕਰ ਦਿੱਤੀ ਸੀ ਕਿ ਇੱਕ ਕੁਆਰੀ ਗਰਭਵਤੀ ਹੋਵੇਗੀ ਅਤੇ ਉਸ ਦਾ ਨਾਮ ਇਮੈਨੂਅਲ ਰੱਖਿਆ ਜਾਵੇਗਾ। ਨਵੇਂ ਨੇਮ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਰ ਦੇ ਕੀਤੇ ਹੋਏ ਇੰਤਜ਼ਾਮ ਨੂੰ ਅਸੀਂ ਵੇਖਦੇ ਹਾਂ, ਜਿਸ ਇੰਤਜ਼ਾਮ ਦੀ ਭਵਿੱਖਬਾਣੀ ਸਵਰਗਦੂਤ ਦੇ ਰਾਹੀਂ ਮਰੀਅਮ ਦੇ ਅੱਗੇ ਪ੍ਰਗਟ ਕੀਤੀ ਗਈ। ਔਰ ਜਿੱਥੇ ਮਤੀ 1:21 ਦੇ ਵਿੱਚ ਆਖਿਆ ਗਿਆ ਕਿ ਉਹ ਪੁੱਤਰ ਜਣੇਗੀ, ਤੂੰ ਉਸ ਦਾ ਨਾਮ ਯਿਸੂ ਰੱਖੀ, ਉਹ ਆਪਣੇ ਲੋਕਾਂ ਨੂੰ ਪਾਪਾਂ ਤੋਂ ਬਚਾਵੇਗਾ। ਜਿਹੜੀ ਪਹਿਲੀ ਗੱਲ ਬਲੀਦਾਨ ਔਰ ਭੇਡ ਤੋਂ ਤੂੰ, ਇਹਦਾ ਮਤਲਬ ਮੇਰੇ ਲਈ ਪਰਮੇਸ਼ਰ ਨੇ ਆਪਣੇ ਸਨਮੁਖ ਮੈਨੂੰ ਪਵਿੱਤਰ ਕਰਨ ਦੇ ਲਈ ਇੱਕ ਭੇਂਟ ਤਿਆਰ ਕੀਤੀ, ਪ੍ਰਭੂ ਯਿਸੂ ਮਸੀਹ। ਉਹਦੇ ਵਿੱਚ ਦਇਆ ਵੀ ਸੀ, ਉਹਦੇ ਵਿੱਚ ਕਿਰਪਾ ਵੀ ਸੀ, ਉਹਦੇ ਵਿੱਚ ਪਰਮੇਸ਼ਰ ਦਾ ਸਦੀਵੀ ਉਪਕਾਰ ਸੀ, ਜਿਹੜਾ ਮੇਰੇ ਜੀਵਨ ਨੂੰ ਪਰਮੇਸ਼ਰ ਦੇ ਸਨਮੁਖ ਭਗਤੀ ਦੇ ਲਈ ਤਿਆਰ ਕਰਨ ਦੇ ਲਈ ਦਿੱਤਾ ਗਿਆ ਸੀ। ਕਿੰਨਾ ਅਦਭੁਤ ਪਰਮੇਸ਼ਰ ਦਾ ਮੇਰੇ ਲਈ ਉਪਰਾਲਾ, ਜੋ ਇਸ ਜਗ੍ਹਾ ਦੇ ਉੱਤੇ ਪਹਿਲਾਂ ਤੋਂ ਹੀ ਰਖਾਂਤਿਤ ਕਰ ਦਿੱਤਾ ਗਿਆ ਸੀ। ਕੀ ਕਹਿ ਰਿਹਾ? ਬਲੀਦਾਨ ਔਰ ਭੇਂਟ ਤੋਂ ਤੂੰ ਪ੍ਰਸੰਨ ਨਹੀਂ ਹੁੰਦਾ ਤਾਂ ਮੇਰੇ ਕੰਨ ਖੋਲੇ ਹਨ, ਹੋਮ ਬਲੀ ਔਰ ਪਾਪ ਬਲੀ ਤੈਂ ਨਹੀਂ ਮੰਗਿਆ। ਮੇਰੇ ਲਈ ਇੱਕੋ ਵਾਰ ਉਹ ਲੀਲਾ ਤਿਆਰ ਕਰ ਦਿੱਤਾ, ਔਰ ਉਸ ਦੀ ਭਵਿੱਖਬਾਣੀ ਉਸ ਦੇ ਸਮੇਂ ਦੇ ਵਿੱਚ ਤਿਆਰ ਕੀਤੀ ਗਈ। ਔਰ ਅਸੀਂ ਉਹਨੂੰ ਦੇਖਦੇ ਹਾਂ ਕਿ ਜੋ ਕਿ ਉਸ ਦੇ ਪੁੱਤਰ ਯਿਸੂ ਮਸੀਹ ਦੇ ਦੁਆਰਾ ਮੇਰੀ ਇਸ ਜ਼ਰੂਰਤ ਨੂੰ ਪੂਰਾ ਕੀਤਾ ਗਿਆ। ਜਦੋਂ ਮੈਂ ਗਲਾਤੀਆਂ ਦੀ ਪੁਸਤਕ 3 ਅਧਿਆਏ ਉਸ ਦੀ 24 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਵਿੱਚ ਪਰਮੇਸ਼ਵਰ ਮੇਰੇ ਲਈ ਉਸ ਜ਼ਰੂਰਤ ਨੂੰ ਪੂਰੀਆਂ ਕਰਦਿਆਂ ਹੋਇਆ ਨਜ਼ਰ ਆਉਂਦਾ ਹੈ। ਗਲਾਤੀਆਂ 3:24 ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜੋ ਸ਼ਰ੍ਹਾ ਮਸੀਹ ਦੇ ਆਉਣ ਤੀਕਰ ਸਾਡੇ ਲਈ ਨਿਗਾਹਵਾਨ ਬਣੀ, ਭਾਈ ਅਸੀਂ ਨੇਚਾ ਨਾਲ ਧਰਮੀ ਠਹਿਰਾਏ ਜਾਈਏ। ਸ਼ਰ੍ਹਾ ਪਰਮੇਸ਼ਵਰ ਦਾ ਵਿਵਸਥਾ ਜਿਹੜੀ ਮੇਰੇ ਲਈ ਠਹਿਰਾਈ ਗਈ ਸੀ, ਮੈਨੂੰ ਪਵਿੱਤਰ ਹੋਣ ਦੇ ਲਈ ਠਹਿਰਾਈ ਗਈ ਸੀ, ਉਹ ਮੇਰੇ ਲਈ ਨਿਗਾਹਵਾਨ ਬਣੀ। ਜਦੋਂ ਯਿਸੂ ਮਸੀਹ ਆਇਆ ਤਾਂ ਉਸ ਦੇ ਪਵਿੱਤਰ ਬਲੀਦਾਨ ਦੇ ਰਾਹੀਂ ਮੈਂ ਪਵਿੱਤਰ ਠਹਿਰਾਇਆ ਗਿਆ, ਮੈਂ ਪਵਿੱਤਰ ਠਹਿਰਾ। ਔਰ ਇਹ ਪਵਿੱਤਰਤਾ ਮੇਰੇ ਜੀਵਨ 'ਚ ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਰਾਹੀਂ ਦਿੱਤੀ ਹੈ। ਇਹ ਮੇਰੇ ਵੱਲੋਂ ਨਹੀਂ ਹੋਇਆ ਹੈ, ਇਹ ਮੇਰੇ ਵੱਲੋਂ ਹੋ ਵੀ ਨਹੀਂ ਸਕਦਾ ਸੀ, ਪਰ ਪਰਮੇਸ਼ਵਰ ਨੇ ਮੇਰੀ ਜ਼ਰੂਰਤ ਦੇ ਲਈ ਇੰਤਜ਼ਾਮ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕੀਤਾ। ਹੋਮ ਬਲੀ ਔਰ ਪਾਪ ਬਲੀ ਤੈਂ ਨਹੀਂ ਮੰਗਿਆ। ਮੇਰੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਸਵੈਂ ਪਾਪ ਦੇ ਲਈ ਮਨੁੱਖ ਬਣ ਕੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਾਪੀ ਦਾ ਨਿਸਤਾਰਾ ਕੀਤਾ। ਕਿੰਨਾ ਵੱਡਾ ਕੰਮ ਪਰਮੇਸ਼ਵਰ ਨੇ ਮੇਰੇ ਜੀਵਨ ਦੇ ਵਿੱਚ ਕੀਤਾ ਹੈ। ਬਾਣੀ ਦੇ ਵਿੱਚ ਜਦੋਂ ਮੈਂ ਯੋਹੰਨਾ ਦੀ ਅੰਜੀਲ ਉਸ ਦਾ 11 ਅਧਿਆਏ ਉਸ ਦੀ 50 ਆਇਤ ਨੂੰ ਪੜ੍ਹਦਾ ਹਾਂ ਤਾਂ ਉਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਅਤੇ ਮਹਾਯਾਜਕ ਜੋ ਉਸ ਸਮੇਂ ਦਾ ਸੀ ਹੰਨਾ, ਉਸਨੇ ਗੱਲ ਆਖੀ, ਉਸਨੇ ਕਿਹਾ, ਤੁਸੀਂ ਨਹੀਂ ਸੋਚਦੇ ਕਿ ਤੁਹਾਡੇ ਲਈ ਇਹ ਚੰਗਾ ਹੈ ਕਿ ਇੱਕ ਮਨੁੱਖ ਲੋਕਾਂ ਦੇ ਬਦਲੇ ਮਰੇ, ਨਾ ਕਿ ਸਾਰੀ ਕੌਮ ਦਾ ਨਾਸ਼ ਹੋਵੇ। ਇੱਕ ਮਨੁੱਖ ਜੋ ਪਰਮੇਸ਼ਰ ਵੱਲੋਂ ਪਵਿੱਤਰ ਸੀ, ਸ਼ੁੱਧ ਸੀ, ਜਿਸ ਵਿੱਚ ਕਿਸੇ ਵੀ ਪ੍ਰਕਾਰ ਦਾ ਦਾਗ, ਕਿਸੇ ਵੀ ਪ੍ਰਕਾਰ ਦਾ ਵੱਜ ਜਾਂ ਕਿਸੇ ਵੀ ਪ੍ਰਕਾਰ ਦੀ ਝੁਰੀ ਨਹੀਂ ਸੀ, ਜਿਸ ਦੇ ਬਾਰੇ ਪਤਰਸ ਆਪਣੀ ਪੁਸਤਕ ਦੇ ਵਿੱਚ ਇਸ ਤਰ੍ਹਾਂ ਆਖਦਾ ਹੈ, ਜਦੋਂ 1:18-19
पढ़ते हाँ तो ਉਹਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, मैं आपदे ਲਈ पढ़ रहा हाँ। क्यों जो तुसी जानते हो भाई, तुसी अपनी अकर्थ चाल तो ਜਿਹੜੀ ਤੁਹਾਡੇ ਵੱਡਿਆਂ ਤੋਂ ਚੱਲੀ आई है निस्तारा पाया, सो नाशवान वस्तां अर्थात सोने चांदी नाल नहीं, सगों मसीह ਦੇ ਅਮੋਲਕ ਲਹੂ ਨਾਲ ਪਾਇਆ, ਜਿਹੜਾ ਨੇਕ ਕਲੰਕ ਅਤੇ ਬੇਦਾਗ ਲੇਲੇ ਦੀ ਨਿਆਈ ਸੀ। ਔਰ ਉਸੇ ਲਈ परमेश्वर का दास पौलुस 10 अध्याय उसकी 19 तो 22 आयत ਦੇ ਵਿੱਚ ਇਸ ਤਰ੍ਹਾਂ ਆਖਦਾ ਹੈ, ਕਹਿੰਦਾ ਅਪਰੰਤ ਹੈ ਪ੍ਰਭੂ, ਜਦ ਸਾਨੂੰ ਯਸੂ ਦੇ ਲਹੂ ਦੇ ਕਾਰਨ ਪਵਿੱਤਰ ਸਥਾਨ ਦੇ ਅੰਦਰ ਜਾਣ ਦੀ ਦਲੇਰੀ ਹੈ, ਅਰਥਾਤ ਉਸ ਨਵੇਂ ਅਤੇ ਜਿਉਂਦੇ ਰਾਹ ਥਣੀ ਜਿਹੜਾ ਉਸਨੇ ਪੜਦੇ ਮਨੋਂ ਆਪਣੇ ਸਰੀਰ ਥਣੀ ਸਾਡੇ ਲਈ ਖੋਲਿਆ। ਇੱਕੋ ਆ ਬਾਰ-ਬਾਰ। और जदों साडा एक महायाजक है जिहड़ा परमेश्वर दे घर दे उत्ते है, तां आओ असी सच्चे दिल नाल अते पूरी निष्ठा नाल, जदों साडे दिल अशुद्ध अंतःकरण दे छिड़काव नाल शुद्ध होए अते साडी देही साफ पानी नाल नड़ाई गई नेड़े आइए। इस बलिदान दे नाल मैं प्रभु यसू मसीह दे उस पवित्र बलिदान दे नाल परमेश्वर दे नेड़े आ सकिया। ਉਸ ਦਾ ਧੰਨਵਾਦ, ਮਹਿਮਾ ਅਤੇ ਵਡਿਆਈ ਕਰਨ ਦੇ ਲਈ, ਕਿਉਂਕਿ ਉਸ ਦੇ ਲਈ ਇਬਰਾਨੀਆਂ ਜਦੋਂ 13 ਅਧਿਆਏ ਉਸ ਦੀ 15 ਆਇਤ ਪੜ੍ਹਦਾ ਹਾਂ ਤਾਂ ਮੈਨੂੰ ਉਸ ਦੀ ਵਡਿਆਈ ਕਰਨ ਦੇ ਲਈ, ਕਿਉਂਕਿ ਇੱਥੇ ਕਹਿੰਦਾ ਤੂੰ ਮੇਲ ਬਲੀ ਅਤੇ ਹੋਮ ਬਲੀ ਅਤੇ ਪਾਪ ਬਲੀ ਨੂੰ ਨਹੀਂ ਚਾਹਿਆ, ਨਹੀਂ ਮੰਗਿਆ, ਪਰ ਫਿਰ ਕੀ ਕੀਤਾ ਹੈ ਪ੍ਰਭੂ ਯਿਸੂ ਮਸੀਹ ਨੇ ਮੇਰੇ ਲਈ। ਸੋ ਆਓ ਅਸੀਂ ਉਹਦੇ ਦੁਆਰਾ ਉਸ ਦਾ ਬਲੀਦਾਨ ਅਰਥਾਤ ਉਹਨਾਂ ਬੁੱਲਾਂ ਦਾ ਫਲ ਜਿਹੜੇ ਉਸ ਨਾਮ ਨੂੰ ਮੰਨ ਲੈਂਦੇ ਹਨ, ਪਰਮੇਸ਼ਰ ਦੇ ਅੱਗੇ ਸਦਾ ਚੜਾਇਆ ਕਰੀਏ। ਪਰਮੇਸ਼ਰ ਨੇ ਮੇਰੇ ਲਈ ਇੱਕ ਪਵਿੱਤਰ ਪੁਰਖ ਪ੍ਰਭੂ ਯਿਸੂ ਮਸੀਹ ਨੂੰ ਮੇਰੇ ਪਾਪਾਂ ਦੇ ਲਈ ਕਾਲਵਰੀ ਕਰੂਸ ਦੇ ਉੱਤੇ ਬਲੀਦਾਨ ਕਰਕੇ अपने भगती दे लिए मैनू सिरज लिया कि मैं यसू मसीह विच हो के परमेश्वर नूं धन्नवाद, महिमा, वडियाई अते उस दी भेंट उस नूं दे सकां जिस तो वह प्रसन्न हुंदा है। बाणी यही दसदी है। इसलिए मैं शुक्र करदा परमेश्वर दा कि परमेश्वर दी इच्छा विच प्रसन्न होण दे लई परमेश्वर ने अपने पुत्र नूं मेरे जीवन विच दिता। इस तो वड्डा उपकार, इस तो वड्डा एहसान मेरे जीवन विच कोई नहीं जिस दे निमित्त मैं परमेश्वर का धन्नवाद करा। सचमुच मैं सच्चे दिल दे नाल उस परमेश्वर दे कीते हुए इस पुकार दे लई परमेश्वर का धन्नवाद करदा जिस ने मैनू होम बली अते पाप बली अते मेल बली इन्हां सारियां बलियां तो छुटा के इक्को बार अपने पुत्र की बलि दे के मैनू परमेश्वर के सन्मुख जाण दा अते धन्नवाद की भेंट आपे करन दा मैनू बल बख्शिया कि मैं उसके नाम नूं उच्चा कर सकां। सो मैं इस वचन दे नाल परमेश्वर नूं धन्नवाद दा बलिदान दिंदे होए इस वचन दे नाल परमेश्वर की महिमा अते वडियाई करदा। परमेश्वर आप नूं इस तरह करन दे लई मदद करे। जय मसीह।